ਕੀ ਤੁਸੀਂ ਜਾਣਦੇ ਹੋ ਕੈਨੇਡਾ ਦੀ ਖੋਜ ਕਿਹਨੇ ਕੀਤੀ ਸੀ ਤੇ ਕੈਨੇਡਾ ਪਹੁੰਚਣ ਵਾਲੇ ਪਹਿਲੇ ਲੋਕ ਕੌਣ ਸਨ? ਕੈਨੇਡਾ ਕਦੋਂ ਤੱਕ ਇੰਗਲੈਂਡ ਦਾ ਗੁਲਾਮ ਰਿਹਾ ਹੈ? ਕੈਨੇਡਾ ਦਾ ਉਹ ਕਿਹੜਾ ਰਾਜ ਹੈ ਜਿਹੜਾ ਕੈਨੇਡਾ ਤੋਂ ਵੱਖ ਹੋਣ ਦੇ ਲਈ 2 ਵਾਰ ਰੈਫਰੈਂਡਮ ਕਰਾ ਚੁੱਕਿਆ ਹੈ? ਕੈਨੇਡਾ ਦਾ ਨਾਮ ਕੈਨੇਡਾ ਕਿਵੇਂ ਪਿਆ ਤੇ ਇਸ ਦਾ ਮਤਲਬ ਕੀ ਹੈ? ਕੈਨੇਡਾ ਤੇ ਅਮਰੀਕਾ ਨੇ ਆਪਣਾ ਬਾਰਡਰ ਕਦੋਂ ਤੈਅ ਕੀਤਾ? ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੈਨੇਡਾ ਦਾ ਸਾਰਾ ਇਤਿਹਾਸ ਦੱਸਾਂਗੇ, ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚਿਰ ਟੀਵੀ। ਕੈਨੇਡਾ ਏਰੀਆ ਦੇ ਹਿਸਾਬ ਦੇ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਹਜ਼ਾਰਾਂ ਸਾਲਾਂ ਤੱਕ ਕੈਨੇਡਾ ਦੇ ਵਿੱਚ ਕਈ ਕਬੀਲੇ ਰਹਿੰਦੇ ਰਹੇ ਨੇ। ਇਹ ਉਹ ਲੋਕ ਸਨ ਜਿਨ੍ਹਾਂ ਨੇ ਕੈਨੇਡਾ ਦੀ ਅੱਤ ਦੀ ਠੰਡ ਦੇ ਵਿੱਚ ਰਹਿਣਾ ਸਿੱਖ ਲਿਆ ਸੀ। ਸਭ ਤੋਂ ਪਹਿਲਾਂ ਜਿਹੜੇ ਲੋਕ ਬਾਹਰ ਤੋਂ ਆ ਕੇ ਕੈਨੇਡਾ ਦੇ ਵਿੱਚ ਦਾਖਲ ਹੋਏ ਸਨ ਉਹ ਸਨ ਵਾਈਕਿੰਗਸ। ਵਾਈਕਿੰਗ ਕੈਨੇਡਾ ਦੇ ਵਿੱਚ 1000 ਈਸਵੀ ਦੇ ਵਿੱਚ ਪਹੁੰਚੇ ਸਨ। ਉਹਨਾਂ ਨੇ ਇੱਥੇ ਆ ਕੇ ਪਿੰਡ ਵਸਾਏ ਤੇ ਫਿਰ ਪਤਾ ਨਹੀਂ ਅਚਾਨਕ ਉਹ ਕਿੱਧਰ ਗਾਇਬ ਹੋ ਗਏ। ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਸਾਰਿਆਂ ਨੂੰ ਕਿਸੇ ਮਹਾਮਾਰੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ। ਫਿਰ 1497 ਵਿੱਚ ਕਿਓਵੋਟੋ ਜਿਓਵਾਨੀ ਨਾਮ ਦਾ ਇੱਕ ਖੋਜੀ ਕੈਨੇਡਾ ਦੇ ਵਿੱਚ ਪਹੁੰਚਦਾ ਹੈ ਤੇ ਉਹ ਕੈਨੇਡਾ ਨੂੰ ਬਰਤਾਨੀਆ ਦੀ ਮਲਕੀਅਤ ਹੋਣ ਦਾ ਦਾਅਵਾ ਕਰ ਦਿੰਦਾ ਹੈ। ਉਸ ਤੋਂ ਬਾਅਦ ਸਪੇਨ ਵਾਲਿਆਂ ਤੇ ਪੁਰਤਗਾਲੀਆਂ ਨੇ ਵੀ ਅਜਿਹਾ ਹੀ ਕੀਤਾ, ਪਰ ਅਗਲੇ ਕਈ ਦਹਾਕਿਆਂ ਤੱਕ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਕੈਨੇਡਾ ਨੂੰ ਕਲੋਨਾਈਜ਼ ਨਹੀਂ ਕੀਤਾ। ਕੈਨੇਡਾ ਵਿੱਚ ਫਿਰ 1534 ਈਸਵੀ ਦੇ ਵਿੱਚ ਫ੍ਰੈਂਚ ਲੋਕ ਪਹੁੰਚ ਜਾਂਦੇ ਨੇ ਤੇ ਇੱਥੇ ਇਹਨਾਂ ਨੇ ਇੱਕ ਦਰਿਆ ਦਾ ਨਾਮ ਸੇਂਟ ਫਲੋਰਿਸ ਰਿਵਰ ਰੱਖਿਆ ਤੇ ਉਹ ਇਸ ਦਰਿਆ ਦੇ ਆਲੇ ਦੁਆਲੇ ਹੀ ਵਸ ਗਏ ਤੇ ਜਿਹੜੇ ਇਲਾਕਿਆਂ ਦੇ ਵਿੱਚ ਉਹ ਵਸੇ ਸਨ ਉਹਨਾਂ ਨੇ ਉਸ ਦਾ ਨਾਮ ਕੈਨੇਡਾ ਰੱਖ ਦਿੱਤਾ। ਕੈਨੇਡਾ ਨਾਮ ਦਾ ਅਰਥ ਹੁੰਦਾ ਹੈ ਇੱਕ ਪਿੰਡ, ਪਰ ਅਜਿਹੀਆਂ ਕੈਨੇਡਾ ਦੇ ਵਿੱਚ ਆਬਾਦੀ ਵਧਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਿਊਬਿਕ ਅਤੇ ਮੌਂਟਰੀਅਲ ਦੇ ਇਲਾਕੇ ਕਾਮਯਾਬੀ ਦੇ ਨਾਲ ਆਬਾਦ ਹੋ ਗਏ। ਸਨ 1670 ਤੱਕ ਅੰਗਰੇਜ਼ਾਂ ਦੀਆਂ ਕਲੋਨੀਆਂ ਵੀ ਕੈਨੇਡਾ ਦੇ ਕਈ ਇਲਾਕਿਆਂ ਦੇ ਵਿੱਚ ਫੈਲ ਚੁੱਕੀਆਂ ਸਨ। ਇਹ ਲੋਕ ਇੱਥੇ ਵੀਵਰ ਦਾ ਸ਼ਿਕਾਰ ਕਰਦੇ ਸੀ ਤੇ ਇਸ ਦੀ ਖੱਲ ਨੂੰ ਮਹਿੰਗੇ ਭਾਅ ਤੇ ਵੇਚਦੇ ਸਨ, ਪਰ ਫਰਾਂਸ ਵਾਲੇ ਅਤੇ ਇੰਗਲੈਂਡ ਵਾਲੇ ਇਕੱਠੇ ਨਹੀਂ ਰਹਿ ਸਕਦੇ। ਇਸ ਕਰਕੇ ਇਹਨਾਂ ਦੇ ਵਿੱਚ 72 ਸਾਲਾਂ ਤੱਕ ਯੁੱਧ ਹੁੰਦੇ ਰਹੇ। ਫਿਰ ਆਖਰਕਾਰ ਇਹਨਾਂ ਦੇ ਵਿੱਚ ਯੁੱਧ ਬੰਦ ਹੋਣ ਤੇ ਸ਼ਾਂਤੀ ਬਣੀ ਤੇ ਜਦੋਂ ਅਜਿਹਾ ਹੋਇਆ ਤਾਂ ਉਸ ਟਾਈਮ ਤੱਕ ਕੈਨੇਡਾ ਦਾ ਜ਼ਿਆਦਾਤਰ ਇਲਾਕਾ ਫਰਾਂਸ ਦੇ ਕੋਲ ਸੀ। ਫਰਾਂਸ ਅਤੇ ਇੰਗਲੈਂਡ ਤੋਂ ਇਲਾਵਾ ਵੀ ਕੈਨੇਡਾ ਦੇ ਵਿੱਚ ਜੋ 6 ਕਬੀਲੇ ਸਨ ਉਹਨਾਂ ਨੇ ਵੀ ਇੱਥੇ ਬਹੁਤ ਪੈਸਾ ਬਣਾਇਆ ਤੇ ਜੰਗਾਂ ਦੇ ਵਿੱਚ ਇੰਗਲੈਂਡ ਦਾ ਸਾਥ ਦਿੱਤਾ। ਸਮਾਂ ਬੀਤਦਾ ਗਿਆ, ਫ੍ਰੈਂਚ ਕਲੋਨੀਆਂ ਦੇ ਆਲੇ ਦੁਆਲੇ ਬਰਤਾਨੀਆ ਦੀਆਂ ਕਲੋਨੀਆਂ ਵੀ ਵਸਣ ਲੱਗੀਆਂ। ਇਸ ਤੋਂ ਬਾਅਦ ਫਰਾਂਸ ਅਤੇ ਇੰਗਲੈਂਡ ਦੋਨਾਂ ਦੇ ਵਿੱਚ ਫਿਰ ਤੋਂ ਜੰਗ ਛਿੜ ਗਈ। ਫਰਾਂਸ ਇਸ ਜੰਗ ਦੇ ਵਿੱਚ ਬਹੁਤ ਕਮਜ਼ੋਰ ਸੀ ਤੇ ਫਿਰ ਜਦੋਂ ਜੰਗਬੰਦੀ ਦੀ ਸੰਧੀ ਹੋਈ ਤਾਂ ਫਰਾਂਸ ਨੇ ਕੈਨੇਡਾ ਨੂੰ ਇੰਗਲੈਂਡ ਦੇ ਹਵਾਲੇ ਕਰ ਦਿੱਤਾ ਤੇ ਉਸਨੇ ਕੈਨੇਡਾ ਦਾ ਕੁਝ ਹਿੱਸਾ ਸਪੇਨ ਨੂੰ ਦੇ ਦਿੱਤਾ। ਫਰਾਂਸ ਦੇ ਜਾਣ ਤੋਂ ਬਾਅਦ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਜ਼ਿਆਦਾਤਰ ਇਲਾਕੇ ਨੂੰ ਹਾਸਲ ਕਰਨ ਦੇ ਲਈ ਜੰਗਾਂ ਹੋਣ ਲੱਗੀਆਂ। ਫਿਰ 1812 ਈਸਵੀ ਦੇ ਯੁੱਧ ਦੇ ਵਿੱਚ ਦੋਨੇ ਦੇਸ਼ਾਂ ਨੇ ਇੱਕ ਦੂਜੇ ਦੇ ਦੇਸ਼ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਕੀਤੀਆਂ। ਫਿਰ ਜੰਗ ਰੋਕਣ ਦੇ ਲਈ ਇੱਕ ਸੰਧੀ ਹੁੰਦੀ ਹੈ ਤੇ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਤੈਅ ਕਰ ਦਿੱਤਾ ਜਾਂਦਾ ਹੈ। 19ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਲੱਕੜ ਦਾ ਕਾਰੋਬਾਰ ਕੈਨੇਡਾ ਦੇ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਚੱਲਣ ਲੱਗਾ ਤਾਂ ਹੋਰ ਦੁਨੀਆ ਤੋਂ ਵੀ ਕਈ ਲੋਕ ਕੈਨੇਡਾ ਦੇ ਵਿੱਚ ਆ ਕੇ ਵਸਣ ਲੱਗੇ ਤੇ ਫਿਰ 1817 ਦੇ ਵਿੱਚ ਇੰਗਲੈਂਡ ਨੇ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਪਾਸ ਕਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਨੂੰ ਆਪਣੇ ਅੰਦਰੂਨੀ ਮਾਮਲਿਆਂ ਦੇ ਲਈ ਆਜ਼ਾਦ ਅਤੇ ਖੁਦ ਮੁਖਤਿਆਰ ਸਟੇਟ ਡਿਕਲੇਅਰ ਕਰ ਦਿੱਤਾ ਤੇ ਅਟਾਵਾ ਸ਼ਹਿਰ ਇਸ ਦੀ ਰਾਜਧਾਨੀ ਬਣਾ ਦਿੱਤਾ ਗਿਆ। ਹੁਣ ਤੱਕ ਵੀ ਕੈਨੇਡਾ ਦਾ ਇੱਕ ਬਹੁਤ ਵੱਡਾ ਹਿੱਸਾ ਇੰਗਲੈਂਡ ਦੀ ਕੰਪਨੀ ਹਡਸਨ ਵੇ ਦੇ ਕੋਲ ਸੀ ਤੇ ਜਦੋਂ ਉਸ ਕੰਪਨੀ ਨੇ ਆਪਣੀ ਜ਼ਮੀਨ ਕੈਨੇਡਾ ਨੂੰ ਵੇਚਣ ਦੀ ਗੱਲਬਾਤ ਸ਼ੁਰੂ ਕੀਤੀ ਤਾਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਚਿੰਤਾ ਹੋਣ ਲੱਗੀ ਕਿ ਨਵੇਂ ਆਉਣ ਵਾਲੇ ਲੋਕ ਕਿਤੇ ਉਹਨਾਂ ਦੀ ਜ਼ਮੀਨਾਂ ਹੀ ਨਾ ਹੜੱਪ ਲੈਣ। ਇਸ ਲਈ ਉਹਨਾਂ ਲੋਕਾਂ ਨੇ 1869 ਈਸਵੀ ਨੂੰ ਬਗਾਵਤ ਕਰ ਦਿੱਤੀ, ਜਿਸ ਨੂੰ ਇਤਿਹਾਸ ਦੇ ਵਿੱਚ ਰੈੱਡ ਰਿਵਰ ਰਿਬਲੀਅਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਖਰਕਾਰ 1 ਸਾਲ ਬਾਅਦ ਜਾਣੀ ਕਿ 1870 ਦੇ ਵਿੱਚ ਕੈਨੇਡਾ ਦੀ ਫੌਜ ਨੇ ਇਸ ਇਲਾਕੇ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਕੈਨੇਡਾ ਦੀ ਸਰਕਾਰ ਨੇ ਇੱਥੇ ਰਹਿਣ ਵਾਲੇ ਵਸਨੀਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਜ਼ਿਆਦਾਤਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ। ਇਸ ਬਗਾਵਤ ਦਾ ਲੀਡਰ ਸੀ ਲੂਇਸ ਰਿਆਲ। ਇਸ ਨੇ 1885 ਦੇ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਵੱਡੀ ਬਗਾਵਤ ਨੂੰ ਲੀਡ ਕੀਤਾ। ਇਹ ਬਗਾਵਤ ਜਿੰਨੀ ਵੱਡੀ ਸੀ ਉਨੀ ਹੀ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਗਈ। ਇਸ ਨੂੰ ਇਤਿਹਾਸ ਦੇ ਵਿੱਚ ਨਾਰਥ ਵੈਸਟ ਰਿਬਲੀਅਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰੋਇਸ ਰੀਅਲ ਨੂੰ ਕੈਨੇਡਾ ਦੀਆਂ ਫੌਜਾਂ ਵੱਲੋਂ ਫੜ ਲਿਆ ਜਾਂਦਾ ਹੈ ਤੇ ਇਸ ਨੂੰ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਲੂਇਸ ਰੀਅਲ ਆਪਣੀ ਇਸ ਹਰਕਤ ਤੋਂ ਬਾਅਦ ਜ਼ਿਆਦਾਤਰ ਕੈਨੇਡਾ ਦੇ ਲੋਕਾਂ ਦੇ ਵਿੱਚ ਇੱਕ ਵਿਲਨ ਬਣ ਗਿਆ ਸੀ। 1896 ਤੋਂ ਲੈ ਕੇ 1899 ਤੱਕ ਸੈਂਕੜੇ ਲੋਕਾਂ ਨੇ ਕੈਨੇਡਾ ਦੇ ਵਿੱਚ ਸੋਨਾ ਲੱਭਣ ਦੇ ਲਈ ਕੈਨੇਡਾ ਵੱਲ ਨੂੰ ਰੁਖ ਕੀਤਾ। ਇਹਨਾਂ ਦੇ ਵਿੱਚੋਂ ਕੁਝ ਕੁ ਹੀ ਕਾਮਯਾਬ ਹੋਏ ਤੇ ਜ਼ਿਆਦਾਤਰ ਨਾਕਾਮਯਾਬ ਹੀ ਰਹੇ। 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਦੀ ਇਕਨੋਮੀ ਬਹੁਤ ਵਧੀਆ ਹੋ ਗਈ ਤੇ ਇਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਤੇ ਫਿਰ ਪੂਰੀ ਦੁਨੀਆ ਦੇ ਵਿੱਚ ਲੋਕ ਇੱਥੇ ਆ ਕੇ ਵਸਣ ਲੱਗੇ। ਜਦੋਂ ਪਹਿਲੀ ਵਰਲਡ ਵਾਰ ਹੁੰਦੀ ਹੈ ਤਾਂ ਉਸ ਟਾਈਮ ਤੱਕ ਵੀ ਇੰਗਲੈਂਡ ਦਾ ਕੈਨੇਡਾ ਦੇ ਉੱਪਰ ਕਬਜ਼ਾ ਸੀ। ਉਸ ਟਾਈਮ ਕੈਨੇਡਾ ਦੇ ਵਿੱਚੋਂ 6,20,000 ਫੌਜੀ ਯੂਰਪ ਦੇ ਵਿੱਚ ਜੰਗ ਲੜਨ ਲਈ ਭੇਜੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ 78000 ਮਾਰੇ ਜਾਂਦੇ ਨੇ ਤੇ 1,73,000 ਜ਼ਖਮੀ ਹੋ ਜਾਂਦੇ ਨੇ। ਇੰਨੇ ਵੱਡੇ ਜਾਨੀ ਨੁਕਸਾਨ ਨੇ ਕੈਨੇਡਾ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ, ਪਰ ਇਸ ਜੰਗ ਨੇ ਕੈਨੇਡਾ ਦੇ ਲੋਕਾਂ ਦੇ ਵਿੱਚ ਆਜ਼ਾਦੀ ਦੀ ਹਵਾ ਫੂਕ ਦਿੱਤੀ ਤੇ ਇੱਥੋਂ ਦੇ ਲੋਕ ਕੈਨੇਡਾ ਦੀ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਨ ਲੱਗੇ। ਫਿਰ 11 ਦਸੰਬਰ 1931 ਨੂੰ ਸਟੈਚੂ ਆਫ ਵੈਸਟਮਿਨਿਸਟਰ ਕਾਨੂੰਨ ਬਣਾਇਆ ਗਿਆ, ਜਿਸ ਦੇ ਵਿੱਚ ਕੈਨੇਡਾ ਨੂੰ ਬਰਤਾਨੀਆ ਦੇ ਬਰਾਬਰ ਦਾ ਦੇਸ਼ ਮੰਨ ਲਿਆ ਗਿਆ, ਜਿਸ ਦੇ ਵਿੱਚ ਕੈਨੇਡਾ ਨੂੰ ਆਪਣੇ ਕਾਨੂੰਨ ਬਣਾਉਣ ਤੇ ਉਹਨਾਂ ਦੇ ਵਿੱਚ ਫੇਰ ਬਦਲ ਕਰਨ ਅਤੇ ਆਪਣੇ ਫੈਸਲੇ ਆਪ ਲੈਣ ਦੀ ਆਜ਼ਾਦੀ ਦੇ ਦਿੱਤੀ ਗਈ।
ਪਹਿਲੀ ਵਰਲਡ ਵਾਰ ਦੇ ਦੌਰਾਨ ਪੈਦਾ ਹੋਇਆ ਤਣਾਅ ਕੈਨੇਡਾ ਦੇ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੋਇਆ। ਉਸ ਟਾਈਮ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦੀ ਦਰ 25% ਤੱਕ ਪਹੁੰਚ ਗਈ ਸੀ। ਫਿਰ ਦੂਜੀ ਵਰਲਡ ਵਾਰ ਦੇ ਦੌਰਾਨ 11 ਲੱਖ ਕੈਨੇਡੀਅਨ ਨੇ ਇਸ ਦੇ ਵਿੱਚ ਹਿੱਸਾ ਲਿਆ ਤੇ ਇਸ ਦੇ ਵਿੱਚ 1 ਲੱਖ ਮਾਰੇ ਗਏ ਤੇ ਕਈ ਲੱਖ ਜ਼ਖਮੀ ਹੋ ਗਏ। 1949 ਦੇ ਵਿੱਚ ਨਿਊ ਫਾਉਂਡਲੈਂਡ ਕੈਨੇਡਾ ਦੇ ਆਖਰੀ ਰਾਜ ਦੇ ਰੂਪ ਵਿੱਚ ਇਸ ਦੇ ਵਿੱਚ ਸ਼ਾਮਲ ਹੋਇਆ। 1965 ਦੇ ਵਿੱਚ ਕੈਨੇਡਾ ਨੇ ਆਪਣਾ ਰਾਸ਼ਟਰੀ ਝੰਡਾ ਸਿਲੈਕਟ ਕੀਤਾ। ਅੱਜ ਕੈਨੇਡਾ ਦੀ ਆਬਾਦੀ 3 ਕਰੋੜ 80 ਲੱਖ ਹੈ, ਜਿਹਦੇ ਵਿੱਚੋਂ 20% ਲੋਕਾਂ ਦੀ ਮਾਂ ਬੋਲੀ ਫ੍ਰੈਂਚ ਹੈ। ਕੈਨੇਡਾ ਦਾ ਰਾਜ ਕਿਊਬਿਕ ਸਦੀਆਂ ਤੋਂ ਫ੍ਰੈਂਚ ਲੋਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ ਕਿਊਬਿਕ ਦੇ ਵਿੱਚ 2 ਵਾਰ ਕੈਨੇਡਾ ਤੋਂ ਅਲੱਗ ਹੋਣ ਲਈ ਇਹਨਾਂ ਲੋਕਾਂ ਨੇ ਆਪਣਾ ਇੱਕ ਰੈਫਰੈਂਡਮ ਕਰਵਾਇਆ ਤੇ 1995 ਵਿੱਚ ਤਾਂ ਇਹ ਸਿਰਫ 0.6% ਦੀ ਦਰ ਨਾਲ ਹੀ ਇੱਕ ਨਵਾਂ ਦੇਸ਼ ਬਣਾਉਂਦੇ ਰਹਿ ਗਏ। ਸੋ ਜੀ ਇਹ ਸੀ ਕੈਨੇਡਾ ਦਾ ਇਤਿਹਾਸ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।